ਪ੍ਰਾਈਮ ਏਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਕਰਾਂਗੇ। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਰੋਨਾ ਵਾਇਰਸ ਤੇਜ਼ ਰਫ਼ਤਾਰ ਨਾਲ ਜੇਕਰ ਵੱਧ ਰਿਹਾ ਹੈ, ਸਰਕਾਰ ਕਹਿ ਰਹੀ ਹੈ ਕਿ ਕੇਸ ਘਟ ਰਿਹਾ। ਦੂਜੇ ਪਾਸੇ ਇੱਕ ਹੋਰ ਮਹਾਮਾਰੀ ਜਿਹਨੂੰ ਕਈ ਸੂਬਿਆਂ ਨੇ ਐਲਾਨ ਦਿੱਤਾ ਹੈ, ਉਹ ਹੈ ਬਲੈਕ ਫੰਗਸ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬੇਅਦਬੀ ਮਾਮਲੇ ਵਿੱਚ SIT ਨੇ ਐਕਸ਼ਨ ਲਿਆ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਰਾਜਨੀਤੀ ਵਿੱਚ ਹੁਣ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਅਲਟੀਮੇਟਮ ਵੀ ਦਿੱਤਾ 45 ਦਿਨ ਦਾ। ਇਹ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਉੱਘੇ ਪੱਤਰਕਾਰ ਜਤਿੰਦਰ ਪੰਨੂ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਕਰੋਨਾ ਵਾਇਰਸ ਦੀ ਗੱਲ ਆਪਾਂ ਪਹਿਲਾਂ ਕਰਦੇ ਹਾਂ, ਨਾਲ ਬਲੈਕ ਫੰਗਸ ਦੀ ਵੀ। ਕਰੋਨਾ ਵਾਇਰਸ ਦੇ ਕੇਸ ਸਰਕਾਰ ਕਹਿੰਦੀ ਹੈ ਘਟੀ ਹੈ, ਚੰਗੀ ਗੱਲ ਹੈ, ਪਰ ਮੌਤਾਂ ਦੀ ਗਿਣਤੀ ਵਧੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਉਹ ਤੋਂ ਵੀ ਹੁਣ ਵੱਡੀ ਜਿਹੜੀ ਚਿੰਤਾ ਹੈ ਉਹ ਬਲੈਕ ਫੰਗਸ ਹੈ, ਤੇਜ਼ੀ ਨਾਲ ਫੈਲ ਰਹੀ ਹੈ। ਕਈ ਸੂਬਿਆਂ ਨੇ ਮਹਾਮਾਰੀ ਵੀ ਐਲਾਨ ਦਿੱਤਾ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਕਿਹਾ ਕਿ ਕਰੋਨਾ ਵਾਇਰਸ ਨਾਲੋਂ ਵੀ ਵੱਡੀ ਮੁਸੀਬਤ ਬਲੈਕ ਫੰਗਸ ਜੀ। ਇਹ ਕੱਲ ਤੱਕ ਸੀ। ਅੱਜ ਸਥਿਤੀ ਵਿੱਚ ਨਵੀਂ ਤਬਦੀਲੀ ਇਹ ਆ ਗਈ ਹੈ ਕਿ ਬਲੈਕ ਫੰਗਸ ਤੋਂ ਅੱਗੇ ਵਾਈਟ ਫੰਗਸ ਆ ਗਈ ਜੀ। ਪਟਨਾ ਬਿਹਾਰ ਦੀ ਰਾਜਧਾਨੀ ਹੈ ਜੀ ਜੀ। ਉੱਥੇ ਗੌਰਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਜਿਹੜਾ, ਉਹਦੇ 'ਚ ਵਾਇਰੋਲੋਜੀ ਦੇ ਹੈੱਡ ਨੇ ਡਾਕਟਰ SN ਸਿੰਘ। ਉਹਨਾਂ ਦਾ ਬਿਆਨ ਮੈਂ ਪੜ੍ਹ ਕੇ ਹਟਿਆ। ਉਹ ਕਹਿੰਦੇ ਜੀ ਜਿਹੜੀ ਵਾਈਟ ਫੰਗਸ ਹੈ, ਸ਼ਾਇਦ ਇਹ ਬਲੈਕ ਫੰਗਸ ਨਾਲੋਂ ਵੀ ਵੱਧ ਖਤਰਨਾਕ ਹੈ ਜੀ। ਬਲੈਕ ਫੰਗਸ ਸਭ ਤੋਂ ਪਹਿਲਾਂ ਮਹਾਰਾਸ਼ਟਰ 'ਚ ਵੇਖੀ ਗਈ, ਉਹਦੇ ਬਾਅਦ ਗੁਜਰਾਤ ਵਿੱਚ ਆਈ, ਸਾਡੇ ਪੰਜਾਬ ਵਿੱਚ, ਹਰਿਆਣੇ ਵਿੱਚ ਅਤੇ ਦਿੱਲੀ 'ਚ ਆਈ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਵਿੱਚ, ਰਾਜਸਥਾਨ ਦੇ ਵਿੱਚ, ਗੁਜਰਾਤ ਕਈਆਂ ਥਾਵਾਂ 'ਤੇ ਜਾ ਚੁੱਕੀ ਹੈ ਜੀ। ਹੁਣ ਨਵੀਂ ਸਮੱਸਿਆ ਇਹ ਆ ਕਿ ਵਾਈਟ ਫੰਗਸ ਆ ਗਈ ਹੈ ਅਤੇ ਉਹਦਾ ਅਜੇ ਇਹ ਨਹੀਂ ਪਤਾ ਤੁਰੀ ਪਟਨੇ ਤੋਂ ਆ ਪਹੁੰਚੀ ਕਿੱਥੇ ਆ। ਬੜੀ ਤੇਜ਼ੀ ਨਾਲ ਉਹ ਜਗ੍ਹਾ ਬਦਲ ਰਹੀ ਹੈ। ਸਾਡੇ ਆਪਣੇ ਪੰਜਾਬ ਦੇ ਬਾਰੇ ਜਦੋਂ ਇਹ ਪਤਾ ਲੱਗਾ ਕਿ ਬਲੈਕ ਫੰਗਸ ਇੱਥੇ ਆ ਗਈ ਹੈ, ਜੀ, ਮਾਫ਼ ਕਰਨਾ, ਜਿੰਨੀ ਤੇਜ਼ੀ ਨਾਲ ਬਿਮਾਰੀਆਂ ਵੱਧ ਰਹੀਆਂ ਨੇ, ਨਵੇਂ ਰੂਪ ਲੈ ਰਹੀਆਂ ਨੇ, ਉਨੀ ਤੇਜ਼ੀ ਨਾਲ ਮਨੁੱਖੀ ਗਿਆਨ ਜਿਹੜਾ ਬਿਮਾਰੀਆਂ ਦਾ ਰਾਹ ਰੋਕਣ ਵਾਲਾ, ਉਹ ਨਹੀਂ ਵੱਧ ਰਿਹਾ ਜੀ। ਅਜੇ ਤੱਕ ਅਸੀਂ ਕਰੋਨਾ ਵਾਇਰਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਰੱਖ ਸਕੇ। ਮੈਂ ਕਈਆਂ ਡਾਕਟਰਾਂ ਨਾਲ ਗੱਲ ਕੀਤੀ ਹੈ, ਉਹ ਸਾਰੇ ਚਾਰ ਕੁ ਗੱਲਾਂ ਕਰਕੇ ਕਹਿੰਦੇ ਜੀ ਅਗਲਾ ਸਵਾਲ ਪੁੱਛੋ। ਕਹਿੰਦੇ ਜੀ ਇਹ ਤੋਂ ਅੱਗੇ ਤਾਂ ਨਾ ਸਾਨੂੰ ਵੀ ਪੁੱਛਣਾ ਪਊ। ਮੈਂ ਕਿਹਾ ਕਿਹਦੇ ਤੋਂ? ਜਾਂ PGI ਤੋਂ, ਜਾਂ ਦਿੱਲੀ ਏਮਜ਼ ਵਿੱਚੋਂ, ਜਾਂ ਫਿਰ ਨੈੱਟ ਦੇ ਉੱਤੇ ਕੋਈ ਸੋਰਸਿਸ ਆ ਜਿਨ੍ਹਾਂ 'ਤੇ ਪਾਈਦਾ ਅਤੇ ਇੰਟਰਨੈਸ਼ਨਲ ਮੈਡੀਕਲ ਕਮਿਊਨਿਟੀ ਇੱਕ ਦੂਸਰੇ ਨਾਲ ਇੰਟਰੈਕਟ ਕਰਦੀ ਹੈ ਅਤੇ ਉਹ ਦੱਸਦੇ ਆ ਜੀ। ਉਹ ਜੇ ਲੱਭਾ ਨਹੀਂ। ਹੁਣ ਬਲੈਕ ਫੰਗਸ ਆ ਗਿਆ, ਉਹਦੇ ਬਾਰੇ ਬਹੁਤ ਘੱਟ ਗਿਆਨ ਹੈ। ਇੰਨਾ ਪਤਾ ਕਿ ਜਿਹਨੂੰ ਪੈਂਦਾ ਕਈ ਕਿਸਮ ਦਾ ਨੁਕਸਾਨ ਕਰਦਾ, ਖਾਸ ਤੌਰ 'ਤੇ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ। ਅਤੇ ਜਿਹੜਾ ਵਾਈਟ ਫੰਗਸ ਆ ਗਿਆ, ਇਹਨੇ ਕੀ ਕਰਨਾ ਕਿਸੇ ਨੂੰ ਪਤਾ ਹੀ ਨਹੀਂ ਜੀ। ਸਾਡੇ ਪੰਜਾਬ ਦੇ ਵਿੱਚ ਇਹ ਬਿਮਾਰੀ ਜਿਹੜੀ ਆ 2-3 ਥਾਵਾਂ 'ਤੇ ਵੇਖੀ ਗਈ ਹੈ। ਅੱਜ ਹੁਣ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਵਿੱਚ 9 ਕੇਸ ਆਏ ਆ, ਜਿਨ੍ਹਾਂ 'ਚੋਂ 5 ਔਰਤਾਂ ਨੇ ਅਤੇ 4 ਮਰਦ ਨੇ ਜੀ। ਮੈਨੂੰ ਯਕੀਨ ਹੈ ਕਿ ਅੰਮ੍ਰਿਤਸਰ ਦਾ ਪ੍ਰਸ਼ਾਸਨ ਪੂਰੇ ਜ਼ੋਰ ਨਾਲ ਲੱਗਾ ਹੋਊ। ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੇ ਬਹੁਤ ਵਧੀਆ ਕੰਮ ਕੀਤਾ। ਉਹਨਾਂ 'ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਖਹਿਰਾ ਵੀ ਹੈ ਜੀ, ਲੁਧਿਆਣੇ ਦਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਹੈ, ਜਲੰਧਰ 'ਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਹੈ। ਇੱਦਾਂ ਕਈਆਂ ਜ਼ਿਲ੍ਹਿਆਂ 'ਚ ਬਿਮਾਰੀ ਦੇ ਬਹੁਤ ਵੱਡੀ ਮਾਰ ਦੇ ਬਾਵਜੂਦ ਇਹਨਾਂ ਨੇ ਵਧੀਆ ਕੰਮ ਕੀਤਾ। ਪਰ ਜਦੋਂ ਕੰਮ ਕਰਨ ਦਾ ਜਾ ਕੇ ਅੜਿੱਕਾ ਇੱਥੇ ਪੈ ਜਾਵੇ, ਇਹ ਤਾਂ ਪ੍ਰਸ਼ਾਸਨ ਦੇ ਅਫਸਰ ਨੇ ਨਾ, ਇਹ ਡਾਕਟਰ ਨਹੀਂ ਗੇ ਜੀ। ਜਿਨ੍ਹਾਂ ਡਾਕਟਰਾਂ ਨੇ ਕਰਨਾ, ਉਹਨਾਂ ਕੋਲ ਅਜੇ ਪਿਛਲੀ ਬਿਮਾਰੀ ਦੇ ਬਾਰੇ 'ਚ ਪੂਰੀ ਜਾਣਕਾਰੀ ਆਈ ਨਾ ਹੋਵੇ ਤੇ ਨਵੀਂ ਫਿਰ ਆ ਜੇ, ਉਹ ਕੀ ਕਰਨਗੇ? ਅਜੇ ਤੱਕ ਸਿਰਫ 2 ਸੂਬਿਆਂ ਨੇ, ਮਹਾਰਾਸ਼ਟਰ ਤੇ ਰਾਜਸਥਾਨ ਨੇ, ਬਲੈਕ ਫੰਗਸ ਨੂੰ ਮਹਾਮਾਰੀ ਡਿਕਲੇਅਰ ਕੀਤਾ ਜੀ। ਕਰੋਨਾ ਪਹਿਲਾਂ ਸਾਰੇ ਕਰ ਚੁੱਕੇ, ਅਤੇ ਜਿਹੜੀਆਂ ਬਾਕੀਆਂ 'ਚ ਚਲੀ ਗਈਆਂ ਉਹ ਵੀ ਕਰ ਦੇਣ। ਇਹਨਾਂ ਨੇ ਹਰਿਆਣੇ ਵਾਲਿਆਂ ਨੇ ਬਲੈਕ ਫੰਗਸ ਨੂੰ ਨੋਟੀਫਾਈ ਕਰ ਦਿੱਤਾ, ਅਜੇ ਮਹਾਮਾਰੀ ਸ਼ਾਇਦ ਡਿਕਲੇਅਰ ਨਹੀਂ ਕੀਤਾ। ਸ਼ਾਇਦ ਸਾਰਿਆਂ 'ਚ ਕਰ ਦੇਣਾ ਚਾਹੀਦਾ।
ਬਲਕਿ ਇਹ ਆ ਕਿ ਜਦੋਂ ਪਟਨੇ 'ਚ ਉੱਠੀ ਆ, ਉੱਠਦੇ ਸਾਰੀ ਬਾਕੀ ਸੂਬਿਆਂ ਨੂੰ ਵੀ ਇਹਦੇ ਬਾਰੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ। ਨਹੀਂ ਤੇ ਕਿਤੇ ਇਹ ਨਾ ਹੋਵੇ ਕਿ ਕਰੋਨਾ ਵਾਂਗ ਤੇ ਬਲੈਕ ਫੰਗਸ ਵਾਂਗ ਅਸੀਂ ਫਿਰ ਲਾਪਰਵਾਹੀ ਕਰ ਜਾਈਏ ਤੇ ਉਹ ਨੇਚਰ ਨੂੰ ਇੰਨੀ ਸਿਰ ਚੜ ਜਾਵੇ ਜੀ ਕਿ ਸਾਡੇ ਤੋਂ ਬਾਅਦ 'ਚ ਉਹਦਾ ਕੋਈ ਚਾਰਾ ਨਾ ਕੀਤਾ ਜਾ ਸਕੇ। ਅਗੇਤੇ ਪ੍ਰਬੰਧ ਕਰਨੇ ਚਾਹੀਦੇ। ਪਰ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਇਤਰਾਜ਼ ਵੀ ਖੜੇ ਹੋਏ, ਇਹਦਾ ਕੀ ਕਾਰਨ ਹੈ? ਦੇਖੋ, ਪ੍ਰਧਾਨ ਮੰਤਰੀ ਨੇ ਅੱਜ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਤੇ ਅੱਡ-ਅੱਡ ਸੂਬਿਆਂ 'ਚੋਂ ਰਲਾ ਕੇ ਪਤਾ ਨਹੀਂ ਕਿਸ ਤਰ੍ਹਾਂ ਚੁਣੇ ਆ 54 ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਹੈ, ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ। ਜੀ, ਇਹ ਮੀਟਿੰਗ ਇੱਕ ਤਰਫਾ ਹੁੰਦੀ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਡੇ ਦੀ ਆਦਤ ਆ ਮਨ ਕੀ ਬਾਤ ਕਰਦਾ ਮਹੀਨੇ 'ਚ ਇੱਕ ਦਿਨ, ਜੀ, ਉਸੇ ਤਰ੍ਹਾਂ ਇਹੋ ਜਿਹੀਆਂ ਮੀਟਿੰਗਾਂ ਸਾਹਮਣੇ 3 ਬਿਠਾ ਲਏ, 13 ਬਿਠਾ ਲਏ, 130 ਬਿਠਾ ਲਏ, ਕੀ ਫਰਕ ਪੈਂਦਾ ਜਦੋਂ ਉਹਨੇ ਬੋਲਣਾ ਦੂਜਿਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ। ਮਮਤਾ ਬੈਨਰਜੀ ਕਹਿੰਦੀ ਹੈ ਜੇ ਮੈਨੂੰ ਬੋਲਣ ਵਾਸਤੇ 2 ਮਿੰਟ ਦਿੰਦੇ ਤੇ ਮੈਂ ਦੱਸਦੀ ਕਿ ਸਾਨੂੰ ਆਖੀ ਜਾਂਦੇ ਆਹ ਕਰੋ ਆਹ ਕਰੋ ਆਹ ਕਰੋ, ਪਰ ਕਰੀਏ ਕਿੱਥੋਂ? ਵੈਕਸੀਨ ਤੇ ਤੁਸੀਂ ਭੇਜ ਨਹੀਂ ਰਹੇ, ਸਾਨੂੰ ਤਾਂ ਸਪਲਾਈ ਨਹੀਂ ਮਿਲ ਰਹੀ, ਤੇ ਜੇ ਵੈਕਸੀਨ ਨਹੀਂ ਆਣੀ ਤੇ ਅਸੀਂ ਵੈਕਸੀਨੇਸ਼ਨ ਕਿੱਥੋਂ ਕਰ ਦਈਏ? ਪ੍ਰਧਾਨ ਮੰਤਰੀ ਸਾਹਿਬ ਆਖੀ ਤੇ ਜਾਂਦੇ ਹੋ। ਜੀ, ਬਾਕੀ ਥਾਵਾਂ ਤੋਂ ਵੀ ਜਿੰਨੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ, ਇੱਥੇ ਦਿੱਲੀ ਵਿੱਚ ਪੋਸਟਰ ਲੱਗ ਜਾਂਦਾ ਕਿ ਸਾਡੇ ਬੱਚਿਆਂ ਵਾਸਤੇ ਵੈਕਸੀਨ ਹੈ ਨਹੀਂ ਤੇ ਬਾਕੀ ਦੇਸ਼ਾਂ ਨੂੰ ਦੇਤੀ। ਮੈਂ ਇਸ ਗੱਲ ਦੇ ਖਿਲਾਫ ਨਹੀਂ ਕਿ ਕਿਉਂ ਦਿੱਤੀ ਗਈ ਹੈ, ਜੇ ਦਿੱਤੀ ਹੈ ਤੇ ਉਹ ਵੀ ਸਾਨੂੰ ਕੁਝ ਦੇ ਰਿਹਾ, ਪਰ ਇਸ ਪੋਸਟਰ ਤੋਂ ਭੜਕ ਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਜਿਹੜੀ ਆ ਬੰਦਿਆਂ ਨੂੰ ਫੜਨਾ ਸ਼ੁਰੂ ਕਰ ਦਿੰਦੀ ਕਿ ਪੋਸਟਰ ਲਵਾਇਆ ਕਿਉਂ। ਤੇ ਇਸ ਗੱਲ ਨੂੰ ਭਾਰਤ ਸਰਕਾਰ ਤੇ ਦਿੱਲੀ ਪੁਲਿਸ ਭੁੱਲ ਜਾਂਦੀ ਹੈ ਕਿ UNO ਦੇ ਵਿੱਚ ਭਾਰਤ ਦਾ ਸਥਾਈ ਦੂਤ ਜਿਹੜਾ, ਉਹਨੇ ਤਕਰੀਰ ਕਰਦਿਆਂ ਆਖਿਆ ਕਿ ਸਾਡੇ ਵੱਲ ਵੇਖੋ, ਸਾਡੇ ਆਪਣੇ ਲੋਕਾਂ ਨੂੰ ਜਿਹੜੀ ਦਵਾਈ ਦੀ ਲੋੜ ਸੀ ਅਸੀਂ ਆਪਣੀ ਲੋੜ ਛੱਡ ਕੇ ਖਤਰਾ ਮੁੱਲ ਲੈ ਕੇ ਫਲਾਣੇ ਦੇਸ਼ਾਂ ਨੂੰ ਅਸੀਂ ਦੁਨੀਆ ਨੂੰ ਸਪਲਾਈ ਕਰਦੇ ਰਹੇ। ਜਿਹੜੀ ਗੱਲ ਤੁਸੀਂ UNO 'ਚ ਕਹਿ ਰਹੇ ਹੋ, ਜੇ ਦਿੱਲੀ 'ਚ ਕਿਸੇ ਨੇ ਕਹਿਤੀ ਕਿੱਡੀ ਕੁ ਵੱਡੀ ਗੱਲ ਸੀ। ਜੀ, ਪ੍ਰਧਾਨ ਮੰਤਰੀ ਸਾਹਿਬ ਆਪਣੀ ਗੱਲ ਕਹਿਣੀ ਜਾਣਦੇ ਆ। ਮਨ ਕੀ ਬਾਤ ਉਹ ਅੱਗੋਂ ਪਿੱਛੋਂ ਵੀ ਹੁਣ ਆਦਤ ਬਣ ਗਈ ਆ, ਮਹੀਨੇ 'ਚ ਮਨ ਕੀ ਬਾਤ ਨਹੀਂ, ਉਹ ਰੋਜ਼ ਮਨ ਕੀ ਬਾਤ ਕਹਿੰਦੇ ਹੀ ਆ, ਸੁਣਦੇ ਨਹੀਂ। ਉਹਨਾਂ ਨੇ ਕਹਿਤੀ ਅੱਜ ਬੜੀ ਵੱਡੀ ਗੱਲ ਕਿ ਕਰੋਨਾ ਵਾਇਰਸ ਨਵੇਂ ਰੂਪ ਬਦਲ ਰਿਹਾ ਤੇ ਤੁਸੀਂ ਉਹਦੇ ਹਿਸਾਬ ਨਾਲ ਚੱਲੋ। ਅਸੀਂ ਤਾਂ ਉਹਦੇ ਹਿਸਾਬ ਨਾਲ ਚੱਲਾਂਗੇ, ਡਾਕਟਰ ਉਹਦੇ ਹਿਸਾਬ ਨਾਲ ਚੱਲਣਗੇ, ਮਰੀਜ਼ ਉਹਦੇ ਹਿਸਾਬ ਨਾਲ ਚੱਲਣਗੇ, ਆਮ ਜਨਤਾ ਉਹਦੇ ਹਿਸਾਬ ਨਾਲ ਚੱਲੇਗੀ ਜੀ, ਪਰ ਦੇਸ਼ ਦੀ ਰਾਜਨੀਤੀ ਕਿਹਦੇ ਹਿਸਾਬ ਨਾਲ ਚੱਲੇਗੀ ਇਹ ਤਾਂ ਦੱਸ ਦਿਓ। ਮਾਫ ਕਰਨਾ, ਅੱਜ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਜਿਹੜੀ ਆ ਉਹਦੀ ਰਿਪੋਰਟ ਸਾਹਮਣੇ ਆਈ ਹੈ ਤੇ ਅਸੀਂ ਹੈਰਾਨ ਰਹਿ ਗਏ। ਸਾਨੂੰ ਪਿਛਲੇ ਸਾਲ ਮਾਰਚ ਵਿੱਚ ਆ ਕੇ ਪਤਾ ਲੱਗਾ ਕਿ ਚੀਨ 'ਚ ਉੱਠੀ ਬਿਮਾਰੀ ਭਾਰਤ ਵੱਲ ਆ ਗਈ ਹੈ ਜੀ, ਜਦ ਕਿ ਬਿਮਾਰੀ ਫਰਵਰੀ 'ਚ ਆ ਚੁੱਕੀ ਸੀ ਤੇ ਸਾਡਾ ਪ੍ਰਧਾਨ ਮੰਤਰੀ ਟਰੰਪ ਦੇ ਟੱਬਰ ਦੇ ਸਵਾਗਤ ਵਿੱਚ ਲੱਗਾ ਸੀ। ਫਿਰ ਸਾਨੂੰ ਜਾ ਕੇ ਸਤੰਬਰ ਅਕਤੂਬਰ ਲੰਘਾ ਕੇ ਨਵੰਬਰ ਦੇ ਨੇੜੇ ਪਤਾ ਲੱਗਾ ਕਿ ਇੱਕ UK ਸਟ੍ਰੇਨ ਆ ਗਿਆ। ਉਹਦੇ ਤੋਂ ਬਾਅਦ ਸਾਨੂੰ ਦਸੰਬਰ 'ਚ ਜਾ ਕੇ ਪਤਾ ਲੱਗਾ ਕਿ ਇੱਕ ਇੰਡੀਅਨ ਵੇਰੀਐਂਟ ਬਣ ਗਿਆ। ਜੀ, ਫਿਰ ਪਤਾ ਲੱਗਾ ਕਿ ਡਬਲ ਮਿਊਟੈਂਟ ਬਣ ਗਿਆ। ਇਹ ਸਾਨੂੰ ਜਾ ਕੇ ਜਨਵਰੀ ਫਰਵਰੀ 'ਚ ਪਤਾ ਲੱਗਦਾ ਪਿਆ, ਪਰ ਜਿਹੜਾ ਜਨਵਰੀ ਫਰਵਰੀ 'ਚ ਪਤਾ ਲੱਗਾ ਗੱਲ ਲੁਕਾਈ ਗਈ ਤੇ ਮਾਰਚ ਲੰਘਾ ਕੇ ਦੱਸੀ ਗਈ। ਹੁਣ ਜਿਹੜੀ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਦੀ ਰਿਪੋਰਟ ਆਈ ਹੈ ਉਹ ਦੱਸਦੀ ਹੈ ਕਿ ਬਹੁਤ ਵੱਡਾ ਝੂਠ ਬੋਲਿਆ ਗਿਆ, ਦੇਸ਼ ਦੇ ਲੋਕਾਂ ਤੋਂ ਸੱਚ ਲੁਕਾਇਆ ਗਿਆ। ਜੀ, ਇਸ ਵੇਲੇ ਦੁਨੀਆ ਦੇ ਵਿੱਚ ਜਿਹੜੇ 6 ਵੇਰੀਐਂਟ ਬਹੁਤ ਭੜਥੂ ਪਾ ਰਹੇ ਨੇ, ਕਰੋਨਾ ਵਾਲੇ ਨੂੰ ਛੱਡ ਦਿਓ, ਉਹਨਾਂ 'ਚੋਂ ਇੱਕ UK ਸਟ੍ਰੇਨ ਹੈ ਜਿਹੜਾ UK ਤੇ ਅਮਰੀਕਾ 'ਚ ਬਹੁਤ ਖਤਰਨਾਕ ਸਾਬਤ ਹੋਇਆ। ਇੱਕ ਬ੍ਰਾਜ਼ੀਲ 'ਚੋਂ ਪੈਦਾ ਹੋਇਆ, ਇੱਕ ਜਿਹੜਾ ਉਹ ਸਾਊਥ ਅਫਰੀਕਾ 'ਚ ਹੋਇਆ, 3 ਸਾਡੇ ਭਾਰਤ ਵਿੱਚ। ਭਾਰਤ ਵਿੱਚ ਜਿਹੜਾ ਪਹਿਲਾ ਵੇਰੀਐਂਟ ਹੈ ਉਹ ਮਹਾਰਾਸ਼ਟਰ ਦੇ ਕੁਝ ਸੈਂਪਲਾਂ ਵਿੱਚ ਉਦੋਂ ਮਾਰਚ ਵਿੱਚ ਪਤਾ ਲੱਗ ਗਿਆ ਸੀ ਜਦੋਂ ਅਜੇ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਸ਼ੁਰੂ ਨਹੀਂ ਸੀ ਕੀਤਾ। ਪ੍ਰਧਾਨ ਮੰਤਰੀ ਦਾ ਜਨਤਾ ਕਰਫਿਊ ਬਾਅਦ 'ਚ ਸ਼ੁਰੂ ਹੁੰਦਾ, ਥਾਲੀਆਂ ਤਾੜੀਆਂ ਬਾਅਦ 'ਚ ਵੱਜਦੀਆਂ, ਮੋਮਬੱਤੀਆਂ ਬਾਅਦ 'ਚ ਜਗਦੀਆਂ, ਤੇ ਇੰਡੀਅਨ ਵੇਰੀਐਂਟ ਦਾ ਤੇ ਉਦੋਂ ਪਤਾ ਲੱਗ ਗਿਆ ਸੀ। ICMR ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਕਹਿੰਦੀ ਤੇ ਉਦੋਂ ਪਤਾ ਲੱਗ ਗਿਆ ਸੀ ਤੇ ਮਹਾਰਾਸ਼ਟਰ 'ਚ ਸੈਂਪਲਾਂ 'ਚ ਮਿਲ ਗਿਆ ਸੀ। 2 ਮਹੀਨੇ ਹੋਰ ਲੰਘਾ ਕੇ ਮਈ ਦੇ ਵਿੱਚ ਇੱਕ ਹੋਰ ਇਹਦੇ ਨਾਲ ਮਿਲਦਾ ਜੁਲਦਾ ਨਵਾਂ ਵੇਰੀਐਂਟ ਜੀ,
ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੋਵੇਂ ਇੱਕ ਦੂਜੇ ਨਾਲ ਜੁੜਦੇ ਆ, ਪਹਿਲਾਂ ਇੱਕੋ ਸੂਬਾ ਹੁੰਦਾ ਸੀ। ਤੇ ਤੀਜਾ ਅਸਾਮ ਜਿਹੜਾ ਇਹਨਾਂ ਨਾਲ ਜੁੜਦਾ ਹੀ ਨਹੀਂ, ਵਿਚਾਲੇ ਕਿੰਨੇ ਸਾਰੇ ਝਾਰਖੰਡ, ਪੱਛਮੀ ਬੰਗਾਲ ਤੇ ਉਹ ਬਿਹਾਰ, ਕਈ ਸੂਬੇ ਆ ਜਾਂਦੇ ਆ। ਉਸ ਅਸਾਮ ਵਿੱਚ ਵੀ ਉਹ ਦੂਜਾ ਵੇਰੀਐਂਟ ਮਈ 'ਚ ਮਿਲ ਗਿਆ ਸੀ। ਇਹਨਾਂ ਨੇ ਨਾ ਮਾਰਚ ਵਿੱਚ ਮਿਲਿਆ ਪਹਿਲਾ ਵੇਰੀਐਂਟ ਦੇਸ਼ ਦੇ ਸਾਹਮਣੇ ਆਉਣ ਦਿੱਤਾ, ਤੇ ਨਾ ਮਈ 'ਚ ਮਿਲਿਆ ਦੂਸਰਾ ਆਉਣ ਦਿੱਤਾ। ਫਿਰ ਹੋਇਆ ਇਹ ਕਿ ਮਹਾਰਾਸ਼ਟਰ ਵਾਲਾ ਕੱਲਾ ਤੇ ਆਂਧਰਾ, ਤੇਲੰਗਾਨਾ ਤੇ ਅਸਾਮ ਵਾਲੇ 3 ਵੇਰੀਐਂਟ ਮਿਲ ਕੇ ਇਹ ਕਿਸੇ ਥਾਂ ਤੇ ਮਹਾਰਾਸ਼ਟਰ ਵਾਲੇ ਕੱਲੇ ਦੇ ਨਾਲ ਕਲੈਸ਼ ਕੀਤੇ, ਤੇ ਇਹਨਾਂ 'ਚੋਂ ਇੱਕ ਨਵਾਂ ਵੇਰੀਐਂਟ ਪੈਦਾ ਹੋਇਆ ਜਿਹਦਾ ਨਾਮ ਫਿਰ ਰੱਖਿਆ ਡਬਲ ਮਿਊਟੈਂਟ ਜੀ। ਉਸ ਡਬਲ ਮਿਊਟੈਂਟ ਦਾ ਇਸ ਸਾਲ ਜਨਵਰੀ ਤੇ ਫਰਵਰੀ ਦੇ ਜੋੜ ਦੇ ਉੱਤੇ, ਯਾਨੀ ਜਨਵਰੀ ਦੇ ਅਖੀਰਲੇ ਹਫਤੇ ਤੇ ਫਰਵਰੀ ਦੇ ਪਹਿਲੇ ਹਫਤੇ ਪਤਾ ਲੱਗ ਚੁੱਕਾ ਸੀ। ਜਦੋਂ ਪਤਾ ਲੱਗ ਗਿਆ ਸੀ ਕਿ ਡਬਲ ਮਿਊਟੈਂਟ ਆ ਗਿਆ, ਉਦੋਂ ਤੇ ਸਰਕਾਰ ਨੂੰ ਹਫੜਾ ਦਫੜੀ ਪੈ ਜਾਣੀ ਚਾਹੀਦੀ ਸੀ ਜੀ। ਸਾਰਾ ਕੁਝ ਰੋਕ ਕੇ ਤੇ ਦੇਸ਼ ਨੂੰ ਬਚਾਉਣਾ ਚਾਹੀਦਾ ਸੀ। ਸਰਕਾਰ ਨੇ ਨਹੀਂ ਰੋਕਿਆ, ਕਿਉਂਕਿ ਸਰਕਾਰ ਦੀ ਅੱਖ ਲੱਗੀ ਸੀ ਕਿ ਬੰਗਾਲ ਜਿੱਤਣਾ। ਡਬਲ ਮਿਊਟੈਂਟ ਦਾ ਪਤਾ ਪਹਿਲਾਂ ਲੱਗਾ ਤੇ ਬੰਗਾਲ ਦੀਆਂ ਚੋਣਾਂ ਦਾ ਐਲਾਨ 26 ਫਰਵਰੀ ਨੂੰ ਜਾ ਕੇ ਉਦੋਂ ਬਾਅਦ ਹੋਇਆ ਜੀ। ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ, ਤੁਸੀਂ ਹੁਣ ਚੋਣਾਂ ਪਿੱਛੇ ਪਾ ਦਿੰਦੇ। ਹੁਣ ਗੱਲ ਇਹ ਨਿਕਲਦੀ ਆ ਕਿ ਪਿਛਲੇ ਸਾਲ ਕਰੋਨਾ ਵਾਇਰਸ ਦੇ ਦੌਰਾਨ ਬਿਹਾਰ ਦੀਆਂ ਚੋਣਾਂ ਹੋਈਆਂ ਸੀ ਜੀ ਜੀ। ਜਿਹੜਾ ਪਹਿਲਾ ਤੇ ਦੂਜਾ ਵੇਰੀਐਂਟ ਆ ਉਹ ਵੀ ਇਸ ਕਰਕੇ ਲੁਕਾਏ ਹੋ ਸਕਦੇ, ਮੈਂ ਨਹੀਂ ਕਹਿੰਦਾ ਕਿ ਜ਼ਰੂਰ ਲੁਕਾਏ ਸੀ, ਲੁਕਾਏ ਹੋ ਸਕਦੇ ਆ ਕਿ ਆਪਾਂ ਤੇ ਬਿਹਾਰ ਜਿੱਤਣਾ ਤੇ ਚੋਣਾਂ ਦਾ ਰੌਲਾ ਪੈ ਗਿਆ ਤੇ ਲੋਕੀ ਵੋਟਾਂ ਪਾਉਣ ਵਾਸਤੇ ਬਾਹਰ ਨਹੀਂ ਨਿਕਲਣੇ। ਜਲਸਿਆਂ 'ਚ ਸਾਡਾ ਭਾਸ਼ਣ ਸੁਣਨ ਕੌਣ ਆਊਗਾ, ਉਹ ਜਿਹੜੀਆਂ ਗੱਲਾਂ ਸੀ ਉਹਦੇ ਕੀ ਕਰਦੇ ਜੀ, ਜਾਣਬੁੱਝ ਕੇ ਲਗਾਇਆ ਗਿਆ। ਉਦੋਂ ਉਹ 2 ਵੇਰੀਐਂਟ ਲਗਾਏ ਗਏ। ਫਿਰ ਆ ਜਿਹੜੇ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ, ਪਾਂਡੀਚੇਰੀ ਜਿੱਤਣ ਵਾਸਤੇ, ਖਾਸ ਕਰਕੇ ਬੰਗਾਲ ਜਿੱਤਣ ਵਾਸਤੇ ਡਬਲ ਮਿਊਟੈਂਟ ਦਾ ਪਤਾ ਲੱਗਣ ਦੇ ਬਾਵਜੂਦ ਜਿਹੜਾ ਜਨਵਰੀ ਤੇ ਫਰਵਰੀ ਦੇ ਸੰਗਮ ਤੇ ਲੱਗ ਗਿਆ ਸੀ ਪਤਾ ਜੀ, ਫਰਵਰੀ ਦੇ ਚੌਥੇ ਹਫਤੇ ਜਾ ਕੇ ਤੇ ਚੋਣਾਂ ਦਾ ਐਲਾਨ ਕਰ ਦਿੱਤਾ। ਜਦੋਂ ਅੱਗ ਵਰਦੀ ਪਈ ਸੀ ਉਦੋਂ ਚੋਣਾਂ ਦਾ ਐਲਾਨ ਕਰਨ ਦੀ ਲੋੜ ਕੀ ਸੀ? ਅੱਜ ਸਾਰੀ ਦੁਨੀਆ 'ਚ ਇਹ ਗੱਲ ਨੰਗੀ ਹੋ ਚੁੱਕੀ ਹੈ, ਤੇ ਫਿਰ ਦੇਸ਼ ਦੀ ਭੰਡੀ ਨਾ ਹੋਵੇਗੀ। ਦੇਸ਼ ਦਾ ਨੱਕ ਵਢਾਉਣ ਦਾ ਜ਼ਿੰਮੇਵਾਰ ਕੌਣ ਜੀ? ਆਖਿਰਕਾਰ ਕਿਤੇ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਬਾਕੀਆਂ ਨੂੰ ਮਤਾਂ ਦਿੰਦਾ, ਕਰੋਨਾ ਵਾਇਰਸ ਨਵੇਂ ਰੂਪ ਵਟਾਉਂਦਾ, ਨਵੇਂ ਰੂਪ ਕੱਲਾ ਕਰੋਨਾ ਵਾਇਰਸ ਵਟਾਉਂਦਾ, ਭਾਰਤ ਦੀ ਰਾਜਨੀਤੀ ਤਾਂ ਨਹੀਂ ਵਟਾਉਂਦੀ ਜੀ। ਇੱਥੇ ਤਾਂ ਉਹਨਾਂ ਕਰੋਨਾ ਵਾਇਰਸ ਖਤਰਨਾਕ ਹੈ, ਉਨੀ ਰਾਜਨੀਤੀ ਖਤਰਨਾਕ ਹੈ ਜਿਹੜੀ ਕਰੋਨਾ ਵਾਇਰਸ ਵਾਸਤੇ ਰਸਤਾ ਪੱਧਰਾ ਕਰਦੀ ਹੈ ਕਿ ਤੂੰ ਇਧਰਲੇ ਪਾਸੇ ਦੀ ਲੰਘ ਜਾ। ਜੇ ਰਾਜਨੀਤੀ ਨੇ ਉਹ ਫਾਟਕ ਬੰਦ ਕੀਤਾ ਹੁੰਦਾ ਫਰਵਰੀ 'ਚ, ਜਿਹੜੀਆਂ ਆ ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜੀ, ਉਹ ਰੋਕੀਆਂ ਜਾ ਸਕਦੀਆਂ ਸਨ। ਰਾਜਨੀਤੀ ਭਾਰਤ ਦੇ ਲੋਕਾਂ ਦੇ ਜੜੀ ਬਹਿ ਗਈ ਸਿਰਫ ਇਸ ਕਰਕੇ ਕਿ ਇੱਕ ਸਿਆਸੀ ਪਾਰਟੀ ਤੇ ਉਹਦੇ ਲੀਡਰ ਨੂੰ ਚਾਅ ਸੀ ਕਿ ਮੌਕਾ ਬਣਿਆ, ਇਹੋ ਜਿਹੇ ਮੌਕੇ ਦੇ ਉੱਤੇ ਬੰਗਾਲ ਜਿੱਤਿਆ, ਜਿੱਤ ਲਓ, ਅਭੀ ਨਹੀਂ ਤਾਂ ਕਭੀ ਨਹੀਂ, ਮੁੜ ਕੇ ਇਹੋ ਜਿਹਾ ਮੌਕਾ ਹੱਥ ਨਹੀਂ ਆਉਣਾ। ਰਾਜਨੀਤੀ ਜਿਹੜੀ ਉਹ ਕਿਹੜੀ ਘਟਰਾ ਉਟਾ ਰਹੀ ਹੈ ਜੀ। ਗੱਲ ਤਾਂ ਪੰਨੂ ਸਾਹਿਬ ਸਹੀ ਹੈ। ਇੱਕ ਵਿਦੇਸ਼ ਦੀਆਂ ਵੀ ਬਹੁਤ ਸਾਰੀਆਂ ਏਜੰਸੀਆਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ, ਮੈਗਜ਼ੀਨ ਹੈ ਪ੍ਰਸਿੱਧ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਰਕਾਰਾਂ ਨੇ ਢਿੱਲ ਮੱਠ ਵਿੱਚ ਕੀਤੀ ਹੈ। ਅਸੀਂ ਸਰਕਾਰਾਂ ਦੀ ਗੱਲ ਨਹੀਂ ਕਰਦੇ ਬਾਕੀਆਂ ਦੀ, ਅਸੀਂ ਭਾਰਤ ਦੀ ਕੇਂਦਰ ਸਰਕਾਰ ਤੇ ਭਾਰਤ ਦੀਆਂ ਰਾਜ ICMR ਹੈ, ਭਾਰਤ ਦੀਆਂ ਰਾਜ ਸਰਕਾਰਾਂ ਨੂੰ ਤਾਂ ਰਿਪੋਰਟ ਕਰਦੇ ਨਹੀਂ ਜੀ, ਇਹ ਤਾਂ ਕੇਂਦਰ ਸਰਕਾਰ ਕਰਦਾ ਜੀ। ਸਾਡੀ ਕੇਂਦਰ ਸਰਕਾਰ ਜਿਹੜੀ ਆ, ਜਿਹਨੇ ਕੇਂਦਰੀ ਤੌਰ ਤੇ ਸਾਰੇ ਦੇਸ਼ ਨੂੰ ਬਚਾਉਣ ਵਾਸਤੇ ਇਸ ਲੜਾਈ ਦੀ ਅਗਵਾਈ ਕਰਨੀ ਸੀ, ਕੇਂਦਰੀ ਕਮਾਂਡ ਦੇ ਤੌਰ ਤੇ, ਉਹਦੇ ਵੱਲੋਂ ਕਮਜ਼ੋਰੀ ਜੀ। ਬੇਅਦਬੀ ਮਾਮਲੇ ਦੀ ਹੁਣ ਗੱਲ ਕਰਦੇ ਹਾਂ। SIT ਨੇ ਕਾਰਵਾਈ ਕੀਤੀ, ਉੱਤੇ ਕਾਰਾਂ ਵੀ ਫੜੀਆਂ ਕੋਈ, ਇਹ ਕੀ ਕਹਾਣੀ ਜੀ ਪੂਰੀ? ਜਿਹੜੀ SIT ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਹੈ, ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਵੱਖਰਾ ਕੇਸ ਹੈ, ਕੋਟਕਪੂਰਾ ਤੇ ਬਾਈਬਲ ਕਲਾਂ ਦਾ। ਜਿਹੜੀ SIT ਬੇਅਦਬੀ ਕਾਂਡ ਦੀ ਜਾਂਚ ਕਰਦੀ ਆ, ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਫਿਰ ਇੱਕ ਪਿੰਡ 'ਚ ਬੈਠ ਕੇ ਬਲੇਡ ਨਾਲ ਉਹਦੇ ਪੱਤਰੇ, ਜਿਨ੍ਹਾਂ ਨੂੰ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ ਅੰਗ ਕਹਿ ਕੇ ਸਤਿਕਾਰ ਦਿੰਦਾ ਜੀ, ਉਹਨਾਂ ਨੂੰ ਪਾੜਨ ਤੇ ਬਰਗਾੜੀ ਤੇ ਹੋਰ ਥਾਵਾਂ ਤੇ ਜਾ ਕੇ ਖਿਲਾਰਨ ਦੀ ਜਿਹੜੀ ਪੜਤਾਲ ਚੱਲਦੀ ਪਈ ਹੈ। ਉਹਨਾਂ ਨੇ ਪਹਿਲਾਂ 6 ਬੰਦੇ ਫੜੇ ਸੀ, 4 ਜਿਹੜੇ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੇ ਕੇਸ ਵਿੱਚ ਸੀ, ਤੇ 2 ਹੋਰ ਨਾਲ ਰਲਾ ਕੇ 6 ਜਣੇ ਬੇਅਦਬੀ ਸੀਗੇ। ਉਹਨਾਂ ਨੇ ਆਪਣਾ ਦੋਸ਼ ਮੰਨ ਲਿਆ। ਉਹਨਾਂ ਨੇ ਕਾਰਾਂ ਵੀ ਦੋਵੇਂ ਦੱਸਤੀਆਂ ਤੇ ਬਰਾਮਦ ਵੀ ਪੁਲਿਸ ਨੇ ਕਰ ਲਈਆਂ, ਜਿਨ੍ਹਾਂ ਤੇ ਜਾ ਕੇ ਸਾਰਾ ਕੁਝ ਕੀਤਾ ਗਿਆ ਸੀ ਜੀ। ਇਹਨਾਂ ਦੇ ਨਾਲ 7ਵਾਂ ਬੰਦਾ ਰਿੰਗ ਲੀਡਰ ਸੀ ਇਹਨਾਂ ਦਾ, ਮਹਿੰਦਰਪਾਲ ਬਿੱਟੂ,
ਜਿਹਨੂੰ ਨਾਭੇ ਦੀ ਜੇਲ੍ਹ 'ਚ ਘੱਲਿਆ ਸੀ, ਉੱਥੇ 2 ਜਣਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹ ਕੇਸ ਵੱਖਰਾ ਰਹਿ ਗਿਆ। ਹੁਣ ਇਹਨਾਂ ਨੇ ਜਾ ਕੇ ਬੰਦਿਆਂ ਨੇ, ਜਦੋਂ ਪੁਲਿਸ ਨੇ ਆਖਿਆ ਕਿ ਜੇ ਤੁਸੀਂ ਇਹ ਮੰਨਦੇ ਆ ਕਿ ਤੁਸੀਂ ਕ੍ਰਾਈਮ ਕੀਤਾ ਸੀ ਤੇ ਫਿਰ ਤੁਹਾਨੂੰ ਜਾ ਕੇ ਲੈ ਕੇ ਜਾਂਦੇ ਉੱਥੇ ਤੇ ਦੱਸ ਦਿਓ ਕਿ ਤੁਸੀਂ ਉਹ ਜੁਰਮ ਕਿੱਥੇ ਕਿੱਥੇ ਕੀਤਾ ਸੀ। ਜੀ ਤੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿੱਥੇ ਜਿੱਥੇ ਸੁੱਟੇ ਸੀ ਉਹ ਸਾਰੀਆਂ ਥਾਵਾਂ ਤੇ ਲੈ ਗਏ ਜੀ, ਅਸੀਂ ਇੱਥੇ ਵੀ ਸੁੱਟੇ ਸੀ, ਇੱਥੇ ਵੀ ਸੁੱਟੇ ਸੀ, ਇੱਥੇ ਵੀ ਸੁੱਟੇ ਸੀ। ਜਦੋਂ ਥਾਵਾਂ ਹੀ ਇਹਨਾਂ ਨੇ ਉਹ ਵਿਖਾਤੀਆਂ ਜਿੱਥੇ ਸੁੱਟੇ ਸੀ ਤੇ ਉਹ ਤੋਂ ਸਾਬਤ ਹੋ ਜਾਂਦਾ ਕਿ ਦੋਸ਼ੀ ਇਹੋ ਹੀ ਨੇ, ਨਹੀਂ ਤੇ ਇਹਨਾਂ ਨੂੰ ਕਿੱਦਾਂ ਪਤਾ ਕਿ ਇੱਥੇ ਸੁੱਟੇ ਗਏ ਸੀ। ਜੀ ਉਹ ਲਗਭਗ ਹੁਣ ਸਾਰਾ ਕੁਝ ਸਾਫ਼ ਹੈ। ਅਜੇ ਤੱਕ ਲੋਕਾਂ ਨੂੰ ਜਾਪਦਾ ਕਿ ਇਹ SIT ਬੜੀ ਠੀਕ ਸੇਧ ਵਿੱਚ ਚੱਲਦੀ ਪਈ ਹੈ ਤੇ ਜੇ ਇਸੇ ਸੇਧ ਵਿੱਚ ਚੱਲਦੀ ਜਾਵੇ ਤੇ ਇਹ ਅਗਲਿਆਂ ਦਿਨਾਂ ਦੇ ਵਿੱਚ ਇਹੋ ਜਿਹੇ ਸਿੱਟੇ ਕੱਢ ਸਕਦੀ ਹੈ ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਇਹ ਲੱਗੇਗਾ ਕਿ ਇਨਸਾਫ ਸੱਚਮੁੱਚ ਮਿਲਣ ਲੱਗਾ। ਜੀ ਲੋਕ ਇਨਸਾਫ ਉਡੀਕ ਰਿਹਾ, ਗੱਲ ਤਾਂ ਸਹੀ ਹੈ। ਪਰ ਸਾਹਿਬ ਇੱਕ ਗੱਲ ਹੋਰ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਹੋਣਾ ਜਿਹੜਾ ਅਲਟੀਮੇਟਮ ਦੇ ਦਿੱਤਾ ਪੰਜਾਬ ਸਰਕਾਰ ਨੂੰ ਕਿ 45 ਦਿਨ ਦਾ ਤੁਹਾਡੇ ਕੋਲ ਸਮਾਂ, ਬਾਅਦ 'ਚ ਗੱਲ ਕਰਾਂਗੇ, ਇਹ ਕਹਿਣ ਦੀ ਕਿਉਂ ਲੋੜ ਪੈ ਗਈ? ਦੇਖੋ, ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਸਾਥੀ ਜੀ ਮੁੱਦਾ ਤਾਂ ਠੀਕ ਚੁੱਕ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ, ਬਾਈਬਲ ਕਲਾਂ, ਗੋਲੀ ਕਾਂਡ, ਇਹਨਾਂ ਦਾ ਇਨਸਾਫ ਹੋਣਾ ਚਾਹੀਦਾ। ਜੀ ਇਹ ਕਹਿੰਦੇ ਆ ਕਿ 4 ਸਾਲ ਤੱਕ ਇਸ ਸਰਕਾਰ ਨੇ ਕੀਤਾ ਕੱਖ ਨਹੀਂ, 4.25 ਸਾਲ ਕਹਿਣ ਵਾਲੇ ਵੀ 4.25 ਸਾਲ ਜਿਹੜੇ ਉਦੋਂ ਇਹ ਮੁੱਦੇ ਤੇ ਉਹਨਾਂ ਨਹੀਂ ਬੋਲ ਸਕੇ ਜਿਹੜਾ ਹੁਣ ਬੋਲਦੇ ਪਏ। ਜੀ ਹੁਣ ਇਸ ਵੇਲੇ ਪੰਜਾਬ ਦੀ ਕਾਂਗਰਸ ਦੇ ਵਿੱਚ ਪਾਟਕ ਪਿਆ ਵਾ ਕਾਫੀ ਵੱਡਾ। ਉਸ ਪਾਟਕ ਦੇ ਵਿੱਚ ਬਹੁਤ ਸਾਰੇ ਧੜੇ ਤੇ ਧਿਰਾਂ ਨੇ। ਜੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ, ਲਿਖਤੀ ਨੋਟਿਸ ਤਾਂ ਹੈ ਕੋਈ ਨਹੀਂ, ਜ਼ਬਾਨੀ ਆ। ਅਲਟੀਮੇਟਮ ਦੇ ਦਿੱਤਾ ਜੀ, ਤੁਹਾਨੂੰ 45 ਦਿਨ ਦਾ ਅਲਟੀਮੇਟਮ ਆ, ਕੁਝ ਕਰਕੇ ਵਿਖਾਓ, ਨਹੀਂ ਤੇ ਅਸੀਂ ਹਾਈ ਕਮਾਂਡ ਦਾ ਕਹਿਣਾ ਮੰਨਾਂਗੇ। ਹਾਈ ਕਮਾਂਡ ਦਾ ਹਾਈ ਕਮਾਂਡ ਆ, ਨਾ ਲੋ ਕਮਾਂਡ ਹੈ। ਉਹ ਜਿੱਦਾਂ ਦੀ ਹੈਗੀ ਆ, ਉਹਨਾਂ ਨੇ ਆਪਣਾ ਇੰਚਾਰਜ ਘੱਲਣਾ, ਪੰਜਾਬ ਦਾ ਇੰਚਾਰਜ ਨੇ ਆ ਕੇ ਉਹਨਾਂ ਨੂੰ ਬਿਠਾਉਣਾ, ਬਿਠਾ ਕੇ ਮਨਾਉਣਾ, ਫਿਰ ਉਹਨੇ ਆਖਣਾ ਚੋਣਾਂ ਸਿਰ ਤੇ ਆ ਗਈਆਂ, ਜੈਸੇ ਇੱਥੇ ਜਿੱਦਾਂ ਸਰਕਾਰ ਚੱਲਦੀ ਤੁਸੀਂ ਇਹਨੂੰ ਚੱਲਣ ਦਿਓ। ਜੀ ਇਹ ਜਦ ਕੀ ਇਹਨਾਂ 'ਚ ਕੋਈ ਹੈਗਾ ਜਿਹੜਾ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਸਿਰ ਚੁੱਕ ਕੇ ਜੁਰਤ ਕਰਕੇ ਕਹਿਣ ਵਾਲਾ ਹੋਵੇ ਜਾਓ ਅਸੀਂ ਨਹੀਂ ਮੰਨਦੇ? ਉਹ ਤਾਂ ਇਹਨਾਂ ਨੇ ਕਰਨਾ ਕਿਸੇ ਨੇ ਨਹੀਂ। ਤੇ ਜੇ ਕਰਨਾ ਨਹੀਂ ਤੇ 45 ਛੱਡ ਕੇ 54 ਦਿਨ ਦਾ ਨੋਟਿਸ ਦੇ ਦੇਣ, ਭਾਵੇਂ 4-5 ਦਿਨਾਂ ਦਾ ਦੇ ਦੇਣ, ਕੋਈ ਫਰਕ ਨਹੀਂ ਪੈਂਦਾ। ਇਸ ਨੋਟਿਸ ਨੂੰ ਉਹਨਾਂ ਨੇ ਵੀ, ਜਿਨ੍ਹਾਂ ਨੂੰ ਨੋਟਿਸ ਦਿੱਤਾ ਉਹਨਾਂ ਨੇ ਵੀ ਬਹੁਤੀ ਪਰਵਾਹ ਇਸ ਕਰਕੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਨੋਟਿਸ ਸਿਰਫ ਨੋਟਿਸ। ਪਰ ਸਰ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਬਾਹਰੋਂ ਸਾਰੇ ਕੋਈ ਨਾ ਕੋਈ ਬਿਆਨ ਦੇਈ ਜਾ ਰਿਹਾ, ਮਤਲਬ ਕਹਿ ਲਈਏ ਕਿ ਫਿਰਨੀ ਹੈ ਪੰਜਾਬ ਦੀ, ਉਹ ਤੋਂ ਕੋਈ ਨਾ ਕੋਈ ਬਿਆਨ ਦੇ ਰਿਹਾ, ਕੋਈ ਕੈਬਨਿਟ ਮੰਤਰੀ ਹੈ, ਕੋਈ ਮੰਤਰੀ ਹੈ, ਕੋਈ ਕਾਂਗਰਸ ਦਾ ਆਗੂ ਹੈ। ਪਰ ਕੇਂਦਰ ਬਿੰਦੂ ਜਿਹੜੇ ਮੁੱਖ ਮੰਤਰੀ ਆ ਉਹ ਕਾਹਤੋਂ ਨਹੀਂ ਕੁਝ ਬੋਲਦੇ ਪਏ ਇਸ ਮਾਮਲੇ ਤੇ? ਉਹਨਾਂ ਦੇ ਅਸਲ ਵਿੱਚ ਜਿਹੜਾ ਕੇਂਦਰ ਬਿੰਦੂ ਮੁੱਖ ਮੰਤਰੀ ਆ, ਉਹਦੇ ਪੋਲੀਟੀਕਲ ਸੈਕਟਰੀ ਕੈਪਟਨ ਸੰਦੀਪ ਸੰਧੂ ਨੇ ਇੱਕ ਦਿਨ ਗਲਤੀ ਕਰਤੀ, ਅੱਧੀ ਰਾਤ ਨੂੰ ਉਹਨੂੰ ਫੋਨ ਕਰਨ ਦੀ ਲੋੜ ਕੀ ਸੀ? ਜੀ ਇਕੜੀ ਪਾਣੀ ਦੀ ਵਾਰੀ ਸੀ, ਆਵਾਜ਼ ਮਾਰ ਕੇ ਆਖਣਾ ਸੀ ਪ੍ਰਗਟ ਸਿੰਘ ਖਾਲ ਨੱਕਾ ਮੋੜਦਾ ਓਏ। ਜੀ ਉਹ ਪਿੰਡਾਂ 'ਚ ਹੁੰਦਾ ਸੀ ਜਦੋਂ ਅਜੇ ਘੜੀਆਂ ਨਹੀਂ ਸੀ ਬਣੀਆਂ, ਉਦੋਂ ਸਾਰੇ ਪਿੰਡ 'ਚ ਇੱਕ ਘੜੀ ਹੁੰਦੀ ਸੀ ਤੇ ਉੱਥੋਂ ਜਾ ਕੇ ਸੱਥ 'ਚੋਂ ਆਵਾਜ਼ ਮਾਰ ਦਿੰਦੇ ਸੀ ਪ੍ਰਗਟ ਸਿੰਘ ਪਾਣੀ ਦਾ ਟਾਈਮ ਹੋ ਗਿਆ, ਨੱਕਾ ਮੋੜ ਲਾ ਓਏ। ਜੀ ਹੁਣ ਰਾਤ ਨੂੰ, ਅੱਧੀ ਰਾਤ ਨੂੰ ਆਵਾਜ਼ ਕਾਹਦੀ ਮਾਰੀ? ਉਹਨੂੰ ਕੀ ਲੋੜ ਸੀ? ਸਵੇਰੇ ਉੱਠ ਕੇ ਨਹੀਂ ਗੱਲ ਕਰ ਸਕਦਾ? ਜਿਹੜੀ ਅੱਧੀ ਰਾਤ ਨੂੰ ਗੱਲਬਾਤ ਕਰਨੀ ਆ, ਉਹਦੇ ਤੋਂ ਕਈਆਂ ਲੋਕਾਂ ਨੂੰ ਸ਼ੱਕ ਪੈਂਦੇ ਆ ਵੀ ਉਹ ਗੱਲਬਾਤ ਹੋਸ਼ ਵਿੱਚ ਨਹੀਂ ਕੀਤੀ ਗਈ। ਉਹ ਉਸ ਵਕਤ ਜਿੱਦਾਂ ਦਾ ਮੂਡ ਹੁੰਦਾ ਕੁਛ ਲੋਕਾਂ ਦਾ, ਉਸ ਮੂਡ 'ਚ ਕੀਤੀ ਹੈ। ਜੇ ਨਾ ਕੀਤੀ ਹੁੰਦੀ ਢੱਕਿਆ ਜਾ ਸਕਦਾ ਸੀ। ਇਹਨਾਂ ਦੀ ਅੰਦਰ ਦੀ ਲੜਾਈ ਆ ਕਾਂਗਰਸੀਆਂ ਦੀ, ਇਹ ਆਪਣੇ ਅੰਦਰ ਦੀ ਲੜਾਈ ਅੰਦਰ ਰੱਖਦੇ ਤੇ ਇਹਨਾਂ ਦੀ ਸੀ। ਹੁਣ ਜਦੋਂ ਇਹਨਾਂ ਦੇ ਅੰਦਰ ਦੀ ਲੜਾਈ ਬਾਹਰ ਪਬਲਿਕ ਵਿੱਚ ਆ ਗਈ ਹੈ ਜੀ, ਤੇ ਪਬਲਿਕ 'ਚ ਆਈ ਲੜਾਈ ਹੁਣ ਇਹਨਾਂ ਦੀ ਨਹੀਂ ਰਹਿ ਗਈ। ਉਹ ਮੁੱਦਾ ਹੁਣ ਪੰਜਾਬ ਦੀ ਜਨਤਾ ਦਾ ਬਣ ਗਿਆ। ਉਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਉਹਨੂੰ ਬੋਲਣ ਦਾ ਹੱਕ ਹੈ, ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਹੱਕ ਹੈ, ਪ੍ਰਗਟ ਸਿੰਘ ਨੂੰ ਬੋਲਣ ਦਾ ਹੱਕ ਹੈ, ਸੁਖਜਿੰਦਰ ਸਿੰਘ ਰੰਧਾਵੇ ਨੂੰ, ਚਰਨਜੀਤ ਸਿੰਘ ਚੰਨੀ ਨੂੰ, ਇਹਨਾਂ ਸਾਰਿਆਂ ਨੂੰ ਬੋਲਣ ਦਾ ਹੱਕ ਹੈ। ਪਰ ਬੋਲੀ ਜਾਣ, ਜਨਤਾ ਨੂੰ ਇਹ ਤਾਂ ਦੱਸਣ ਕਰਨਾ ਕੀ ਹੈ ਜੀ। ਇਹ ਆਖਿਰ ਆਹ ਗਲਤ, ਆਹ ਗਲਤ, ਆਹ ਗਲਤ। ਜੇ ਕੋਈ ਇਹ ਪੁੱਛੇ ਕਿ ਇਹਦੇ ਬਾਅਦ ਤੁਹਾਡਾ ਕੀ ਪਲਾਨ ਹੈ, ਫਿਊਚਰ ਪਲਾਨ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਕਿ ਤੁਸੀਂ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਚੱਲਣ ਨੂੰ ਤਿਆਰ ਹੈ, ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਆਲਟਰਨੇਟਿਵ ਪੇਸ਼ ਕਰਨ ਨੂੰ ਤਿਆਰ ਆ? ਜਿਹੜੇ 2-3 ਆਲਟਰਨੇਟਿਵ ਜਾਪਦੇ ਆ ਜੀ, ਕਿ ਨਵਜੋਤ ਸਿੰਘ ਸਿੱਧੂ ਦੇ ਸਵਾਲ ਦੇ ਉੱਤੇ ਬਾਕੀ ਸਾਰੇ ਸਹਿਮਤ ਹੋਣ ਨੂੰ ਤਿਆਰ ਨੇ? ਜੇ ਨਵਜੋਤ ਸਿੰਘ ਸਿੱਧੂ ਨਹੀਂ ਤੇ ਕੀ ਪ੍ਰਤਾਪ ਸਿੰਘ ਬਾਜਵੇ ਦੇ ਸਵਾਲ ਦੇ ਉੱਤੇ ਸਾਰੇ ਜਿਹੜੇ ਸਹਿਮਤ ਹੋਣ ਨੂੰ ਤਿਆਰ ਨੇ? ਅਜੇ ਤੱਕ ਇਹ ਵੀ ਪਿਕਚਰ ਸਾਫ਼ ਨਹੀਂ ਕਰ ਰਹੇ ਜੀ। ਕੁਝ ਪਿਕਚਰ ਤਾਂ ਸਾਫ਼ ਹੋਣੀ ਚਾਹੀਦੀ ਹੈ,
ਇੱਥੋਂ ਦੀਆਂ ਵਿਰੋਧੀ ਪਾਰਟੀਆਂ ਬੜੀਆਂ ਥਾਪੀਆਂ ਮਾਰਦੀਆਂ ਪਈਆਂ ਕਿ ਕਾਂਗਰਸ ਦਾ ਘਰ ਪਾਟਾ ਤੇ ਸ਼ਾਇਦ ਸਾਡੀ ਵਾਰੀ ਆ ਜਾਣੀ। ਜੀ ਆ ਜਾਣੀ, ਇੱਥੇ ਘਰ ਬੈਠਾ ਤੁਹਾਡੀ ਵਾਰੀ ਤਾਂ ਨਹੀਂ ਆ ਜਾਣੀ। ਕੰਮ ਕਿੰਨਾ ਕਰ ਰਹੇ ਜੀ ਇਸ ਵੇਲੇ? ਸੱਚੀ ਗੱਲ ਪੰਜਾਬ ਦੀ ਜੇ ਪੁੱਛੀ ਜਾਵੇ, ਪੰਜਾਬ ਦੇ ਪਿੰਡਾਂ 'ਚ ਜਾ ਕੇ ਪੁੱਛ ਲਓ ਉਹਨਾਂ ਨੂੰ, ਆਹ ਪਾਰਟੀ ਉਹ ਪਾਰਟੀ ਉਹ ਪਾਰਟੀ। ਅਜੇ ਲੋਕੀ ਜਿਹੜੀ ਦੁਚਿੱਤੀ 'ਚ ਪਏ ਨੇ, ਜੀ ਉਸ ਦੁਚਿੱਤੀ ਦੇ ਵਿੱਚੋਂ ਕੁਝ ਸਮਝ ਨਹੀਂ ਲੱਗਦੀ ਪਈ ਕਿ ਕੀ ਕਰਨਾ ਚਾਹੀਦਾ, ਕਿਉਂਕਿ ਸਾਰੀਆਂ ਪਾਰਟੀਆਂ ਇੱਕ ਦੂਸਰੀ ਦੇ ਨੁਕਸ ਕੱਢ ਰਹੀਆਂ ਨੇ। ਸਾਰੀਆਂ ਤਰ੍ਹਾਂ ਨੁਕਸ ਤੇ ਸਿਰਫ ਨੁਕਸ ਕੱਢੀ ਜਾਣ, ਆਪਣੇ ਵਿੱਚੋਂ ਕੋਈ ਫਿਊਚਰ ਪਲਾਨ ਪੇਸ਼ ਹੀ ਨਾ ਕੀਤਾ ਜਾਵੇ। ਇਹ ਆਸ ਰੱਖੀ ਜਾਵੇ ਕਿ ਬਸ ਇਹਨਾਂ ਦੇ ਸਾਡੀਆਂ ਗੱਲਾਂ ਸੁਣ ਕੇ, ਤੁਹਾਡੀਆਂ ਗੱਲਾਂ ਇਹ ਤਾਂ ਬੜੇ ਸਾਲਾਂ ਤੋਂ ਚੱਲਦਾ ਪਿਆ ਕਿ ਨੈਗੇਟਿਵ ਜਿਹੜੀ ਵੋਟ ਆ ਉਹ ਪੈਂਦੀ ਹੈ। ਜਿੰਨਾ ਕਰ ਸਕਦੇ ਹੋ ਰਾਜ ਕਰਦੀ ਪਾਰਟੀ ਨੂੰ ਭੰਡ ਦਿਓ, ਤੇ ਉਹਦੇ ਲੋਕੀ ਇਹ ਸੋਚਦੇ ਆ ਜੀ ਇਹਨੂੰ ਤੇ ਜਾਣ ਦਿਓ, ਇਹ ਤਾਂ ਬਹੁਤ ਬਦਨਾਮ ਪਾਰਟੀ ਆ, ਤੇ ਪਾਓ ਕਿਹਨੂੰ? ਉਹ ਪਾ ਦਿਓ ਜਿਹਨੂੰ ਪਾਉਣੀਆਂ, ਬਿਨਾਂ ਸ਼ੱਕ ਕਾਲੇ ਚੋਰ ਨੂੰ ਪਾ ਦਿਓ ਜੀ। ਤੇ ਕਈ ਵਾਰੀ ਸੱਚੀ ਮੁੱਚੀ ਕਾਲੇ ਚੋਰ ਨੂੰ ਵੀ ਪੈ ਜਾਂਦੀਆਂ ਨੇ। ਇਹ ਸਿਆਸੀ, ਬਸ ਕਿ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦਾ ਕਾਲੇ ਚੋਰ ਦੀ, ਪਰ ਸਿਆਸੀ ਪਾਰਟੀਆਂ ਵਿੱਚ ਕਈ ਬੰਦੇ ਇਹੋ ਜਿਹੇ ਆ ਜਿਹੜੇ ਕਾਲੇ ਚੋਰ ਤੋਂ ਵੀ ਭੈੜੇ ਨੇ, ਉਹ ਵੀ ਬੰਦੇ ਜਿੱਤ ਜਾਂਦੇ। ਕਈ ਕਿ ਇੱਥੇ ਇੱਕ ਵਾਰੀ ਇੱਕ ਇਹੋ ਜਿਹਾ ਬੰਦਾ ਸੀ ਜਿਹਨੂੰ ਅੱਧੀ ਰਾਤ ਨੂੰ ਸ਼ਰਾਬ ਦਾ ਟਰੱਕ ਲੈ ਕੇ ਆਉਂਦੇ ਨੂੰ ਨਾਕੇ ਤੇ ਪੁਲਿਸ ਵਾਲਿਆਂ ਨੇ ਘੇਰਿਆ। ਉੱਥੇ ਘੇਰ ਕੇ ਜਦੋਂ ਉਹ ਤੂੰ ਮੈਂ ਕਰਨ ਲੱਗਾ, ਉਹਨਾਂ ਫੜ ਕੇ ਕੁੱਟ ਕੇ ਤੇ ਨੁਕਰੇ ਬਿਠਾਤਾ, ਚਲਾਨ ਕਰਤਾ। ਤੇ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ਦਿੱਲੀ ਤੋਂ ਟਿਕਟਾਂ ਅਨਾਉਂਸ ਹੋਈਆਂ ਤੇ ਫਲਾਣੀ ਪਾਰਟੀ ਨੇ ਉਹਨੂੰ ਟਿਕਟ ਦੇ ਦਿੱਤੀ ਅਤੇ ਉਹਨੇ ਤੇ ਪਾਰਲੀਮੈਂਟ ਦੀ ਚੋਣ ਲੜਨੀ ਹੈ। ਜਿਹੜੇ ਪੁਲਿਸ ਅਫਸਰਾਂ ਨੇ ਰਾਤੀ ਚਲਾਨ ਕੀਤਾ ਸੀ, ਖੜੇ ਪੈਰ ਉਹਦੀ ਫਟਾਫਟ ਜ਼ਮਾਨਤ ਕਰਾਈ ਤੇ ਫਿਰ ਉਹਨੂੰ ਇਹ ਕਹਿਣ ਲੱਗ ਪਏ ਜੀ ਤੁਸੀਂ ਉਹਨੂੰ ਮਾਫ ਕਰੋ, ਰਾਤੋਂ ਪਤਾ ਨਹੀਂ ਲੱਗਾ, ਹਨੇਰੇ 'ਚ ਹੋ ਗਈ ਬੀਤੀ। ਉਹ ਜਿੱਤ ਕੇ ਪਾਰਲੀਮੈਂਟ ਜਾ ਵੜਿਆ। ਔਰ ਸਾਰੀ ਚੋਣ ਦੇ ਵਿੱਚ ਲੋਕਾਂ ਨੂੰ ਇਹ ਵਿਖਾਉਂਦਾ ਰਿਹਾ, ਮੋਢੇ ਚੁੱਕ ਕੇ, ਦੇਖੋ ਮੇਰੇ ਤੇ ਕਿੰਨਾ ਤਸ਼ੱਦਦ ਹੋਇਆ। ਤਸ਼ੱਦਦ ਸ਼ਰਾਬ ਢੋਂਦਿਆਂ ਕੁੱਟ ਖਾ ਲਈ ਤੇ ਉਹਨੂੰ ਦੇਸ਼ ਭਗਤੀ ਬਣਾ ਕੇ ਉਹ ਪਾਰਲੀਮੈਂਟ 'ਚ ਜਾ ਵੜਿਆ ਸੀ ਜੀ। ਅਸੀਂ ਆ ਵੀ ਕੁਛ ਦਾ ਵੇਖਿਆ। ਹੁਣ ਲੋਕਾਂ ਸਾਹਮਣੇ ਕੋਈ ਭਵਿੱਖ ਨਕਸ਼ਾ ਪੇਸ਼ ਕਰਨਾ ਚਾਹੀਦਾ। ਮਾਫ ਕਰਨਾ, ਇਸ ਵੇਲੇ ਪੰਜਾਬ ਦੀਆਂ ਜਿਹੜੀਆਂ ਤਿੰਨ ਧਿਰਾਂ ਮੁੱਖ ਤੌਰ 'ਤੇ ਨੇ, ਕਾਂਗਰਸ ਪਾਰਟੀ, ਅਕਾਲੀ ਦਲ, ਇਸ ਵੇਲੇ ਤੀਸਰੀ ਬਰਾਬਰ ਦੀ ਧਿਰ ਪੰਜਾਬ ਦੇ ਵਿੱਚ, ਜਾਂ ਬਰਾਬਰ ਤੋਂ 19-21 ਦੇ ਫਰਕ ਨਾਲ ਆਮ ਆਦਮੀ ਪਾਰਟੀ ਹੈ। ਭਾਜਪਾ ਸਮਝਦੇ ਸੀ ਅਸੀਂ ਚੜ੍ਹ ਜਾਣਾ, ਉਹ ਨਹੀਂ ਚੜ੍ਹ ਸਕੀ ਜੀ। ਜਦੋਂ ਅਸੀਂ ਅਕਾਲੀ ਦਲ ਕਹਿੰਦੇ ਹਾਂ, ਅਕਾਲੀ ਦਲ ਚੋਣਾਂ 'ਚ ਇੱਕ ਰਹਿਣਾ, ਭਾਵੇਂ ਸੁਖਬੀਰ ਸਿੰਘ ਬਾਦਲ ਵਾਲਾ ਹੋਵੇ, ਭਾਵੇਂ ਸੁਖਦੇਵ ਸਿੰਘ ਢੀਂਡਸੇ ਵਾਲਾ ਹੋਵੇ। ਇਸ ਵੇਲੇ ਜਿਹੜੀਆਂ ਤਿੰਨ ਧਿਰਾਂ, ਉਹਨਾਂ ਦੇ ਵਿੱਚ ਕਨਫਿਊਜ਼ਨ ਇੰਨਾ ਜੀ, ਜਿਹੜਾ ਕਨਫਿਊਜ਼ਨ ਦੂਰ ਕਰਨ ਦੀ ਲੋੜ ਹੈ। ਠੀਕ ਆ, ਚੁਣੌਤੀਆਂ ਦਿਓ ਇੱਕ ਦੂਜੇ ਨੂੰ, ਪਰ ਲੋਕਾਂ ਸਾਹਮਣੇ ਕੋਈ ਭਵਿੱਖ ਨਕਸ਼ਾ ਰੱਖਿਆ ਜਾਣਾ ਚਾਹੀਦਾ। ਔਰ ਇਹ ਗੱਲ ਠੀਕ ਆ ਕਿ ਅੱਗੇ ਤੋਂ ਚੋਣ ਮੈਨੀਫੈਸਟੋ ਨੂੰ ਇੱਕ ਲੀਗਲ ਦਸਤਾਵੇਜ਼ ਮੰਨਣਾ ਚਾਹੀਦਾ, ਨਹੀਂ ਤਾਂ ਸਰਕਾਰਾਂ ਕੰਮ ਨਹੀਂ ਕਰਦੀਆਂ। ਗੱਲ ਇਹ ਵੀ ਥੋੜੀ ਜਿਹੀ ਹੈ ਕਿ ਨੁਕਰੇ ਕਈਆਂ ਨੂੰ ਲਾਉਣ ਦੀ ਤਿਆਰੀ ਹੈ ਤੇ ਕਈ ਲਾ ਵੀ ਦੇਣੇ, ਦੇਖਦੇ ਅੱਗੇ ਹੁੰਦਾ। ਕਈਆਂ ਨੇ ਨੁੱਕਰ ਚੋਂ ਵੀ ਉਹ ਮਾਈ ਜਿੱਦਾਂ ਕਿ ਨਹੀਂ ਨਾ ਸਿਰੇ ਤੇ ਫੂਕ ਲਓ, ਉੱਦਾਂ ਬੋਲ ਪਣਾਉਣਾ। ਤੁਹਾਨੂੰ ਸਭ ਬਹੁਤ ਬਹੁਤ ਧੰਨਵਾਦ ਖਬਰਾਂ 'ਚ ਚਰਚਾ ਕਰਨ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਕਰ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਨਾਲ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।